ਵਿੱਚ ਯੂਨੀਫਾਰਮ ਸਿਵਲ ਕੋਡ ਲੈ ਕੇ ਆਉਣ ਦੀ ਹੁਣ ਚਰਚਾ ਜਿਹੜੀ ਹੈ ਇੰਡੀਆ ਦੇ ਵਿੱਚ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਜੀ ਤੁਹਾਡੇ ਕੋਈ ਕਮੈਂਟਸ ਇਹਦੇ ਉੱਤੇ? ਮੈਂ ਕਹਿ ਰਿਹਾ ਸੀ ਕਿ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਇਹ ਹੈ ਕਿ ਕੰਟਰੀ ਦੇ ਵਿੱਚ ਯੂਨੀਫਾਰਮਿਟੀ ਇਨ ਲਾਅ ਐਂਡ ਪ੍ਰੋਸੀਜਰਸ ਲੈ ਕੇ ਆਉਣਾ ਚਾਹੁੰਦੀ ਹੈ ਗਵਰਨਮੈਂਟ। ਜਿਹੜੇ ਪਰਸਨਲ ਲਾਜ਼ ਜਿਹੜੇ ਗਵਰਨ ਕਰਦੇ ਆ, ਠੀਕ ਹੈ, ਜਿੱਦਾਂ ਮੁਸਲਿਮ ਪਰਸਨਲ ਲਾਅ ਹੋ ਗਿਆ, ਸ਼ਰੀਅਤ ਪਰਸਨਲ ਲਾਅ ਹੋ ਗਿਆ, ਹਿੰਦੂ ਪਰਸਨਲ ਲਾਅ ਹੋ ਗਿਆ। ਸੋ ਇਹ ਸਾਰੇ ਪਰਸਨਲ ਲਾਜ਼ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਕਮਿਊਨਿਟੀ ਨੂੰ ਰਿਲੀਜੀਅਸਲੀ ਬਾਈਂਡ ਕਰਦੀਆਂ ਆ, ਉਸ ਚੀਜ਼ ਨੂੰ ਡੂ ਅਵੇ ਵਿਦ ਕਰਨ ਵਾਸਤੇ ਇੱਕ ਯੂਨੀਫਾਰਮਿਟੀ ਪ੍ਰੋਸੀਜਰ ਔਰ ਲਾਅ 'ਚ ਲੈ ਕੇ ਆਉਣ ਵਾਸਤੇ ਇੱਕ ਬਹੁਤ ਅੱਛਾ ਕਦਮ ਹੈ। ਕਿਉਂਕਿ ਇਹਦਾ ਜਿਹੜਾ ਬੇਸਿਕ ਫੰਡਾਮੈਂਟਲ ਨੋਰਮ ਹੈਗਾ ਉਹ ਹੈਗਾ ਵਨ ਲੈਂਡ ਵਨ ਲਾਅ, ਕਿ ਇੱਕ ਕੰਟਰੀ 'ਚ ਇੱਕ ਲਾਅ ਹੋਣਾ ਚਾਹੀਦਾ, ਕਿ ਇਹ ਨਾ ਹੋਵੇ ਕਿ ਅਲੱਗ-ਅਲੱਗ ਜਾਤੀਆਂ ਪ੍ਰਜਾਤੀਆਂ ਦੇ ਅਲੱਗ-ਅਲੱਗ ਲਾਅ ਜਿਹੜੇ ਆ ਉਹਨਾਂ ਨੂੰ ਗਵਰਨ ਕਰਨ। ਸੋ ਦਿਸ ਇਜ਼ ਅ ਗੁੱਡ ਐਫਰਟ ਬੀਇੰਗ ਮੇਡ। ਤੇ ਇਹਦੇ ਨਾਲ ਕੀ ਹੋ ਜਾਏਗਾ ਕਿ ਸਾਰਾ ਜਿਹੜਾ ਜੁਡੀਸ਼ੀਅਲ ਸਿਸਟਮ ਹੋਏਗਾ ਜਾਂ ਜਿਹੜਾ ਐਡਮਿਨਿਸਟ੍ਰੇਟਿਵ ਸਿਸਟਮ ਹੋਏਗਾ, ਜਿਹੜਾ ਗਵਰਨੈਂਸ ਆਫ ਲਾਅ ਹੋਏਗੀ, ਉਹਦੇ ਵਿੱਚ ਬੜੀ ਯੂਨੀਫਾਰਮਿਟੀ ਆ ਜਾਏਗੀ। ਹਰ ਬੰਦਾ ਇੱਕੋ ਜਿਹਾ ਟ੍ਰੀਟ ਹੋਏਗਾ ਅੰਡਰ ਦੀ ਲਾਅ। ਠੀਕ ਹੈ, ਇਟਸ ਅ ਗੁੱਡ। ਔਰ ਅਸੀਂ ਹਾਂਜੀ ਇੱਥੇ ਅਸੀਂ ਦੱਸ ਦਈਏ ਜੀ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਉਹਦਾ ਪਰਪਸ ਜਿਹੜਾ ਹੈਗਾ ਕਿ ਜਿਹੜੇ ਇਸ ਵੇਲੇ ਜਿਸ ਤਰ੍ਹਾਂ ਹਰਮਿੰਦਰ ਸਾਹਿਬ ਦੱਸ ਹੀ ਰਹੇ ਨੇ ਕਿ ਪਰਸਨਲ ਲਾਜ਼ ਜਿਹੜੇ ਹੈਗੇ ਨੇ, ਜਿਹੜੇ ਕਿ ਚਾਹੇ ਕਿਸੇ ਧਰਮ ਦੇ ਆਧਾਰ ਦੇ ਉੱਤੇ, ਕਿਸੇ ਟ੍ਰੈਡੀਸ਼ਨ ਦੇ ਆਧਾਰ ਦੇ ਉੱਤੇ ਹੈਗੇ ਨੇ, ਸੋ ਕਹਿੰਦੇ ਕਿ ਕਾਮਨ ਲਾਅ ਹੋਣਾ ਚਾਹੀਦਾ ਹੈ। ਤੁਹਾਡਾ ਕੋਈ ਧਰਮ ਹੈ, ਕੋਈ ਜਾਤ ਹੈ, ਕੋਈ ਸੈਕਸ਼ੂਅਲ ਓਰੀਐਂਟੇਸ਼ਨ ਹੈ, ਕੋਈ ਜੈਂਡਰ ਹੈ, ਸਾਰਿਆਂ ਵਾਸਤੇ ਲਾਅਜ਼ ਜਿਹੜੇ ਨੇ ਕਾਮਨ ਹੋਣੇ ਚਾਹੀਦੇ ਨੇ। ਜਿੱਦਾਂ ਸਾਡੇ ਇੱਥੇ ਕੈਨੇਡਾ 'ਚ ਹੈਗੇ ਆ, ਅਮਰੀਕਾ 'ਚ ਹੈਗੇ ਆ, ਯੂਰਪ 'ਚ ਹੈਗੇ ਆ, ਔਰ ਦੁਨੀਆ ਦੀਆਂ ਕਈ ਕੰਟਰੀਜ਼ ਦੇ ਵਿੱਚ ਇਹ ਕਾਮਨ ਲਾਅ ਨੇ, ਸਿਰਫ ਇੱਕੋ ਤਰ੍ਹਾਂ ਦਾ ਕਾਨੂੰਨ ਹੈ। ਇਹ ਨਹੀਂ ਕਿ ਜੇ ਤੁਹਾਡਾ ਕੋਈ ਇੱਕ ਪਰਟੀਕੂਲਰ ਧਰਮ ਹੈ ਤੇ ਫਿਰ ਤੁਹਾਡੇ ਲਈ ਕਾਨੂੰਨ ਵੱਖਰਾ ਹੈ, ਔਰ ਜੇ ਤੁਹਾਡਾ ਕੋਈ ਦੂਸਰਾ ਧਰਮ ਹੈ ਤਾਂ ਫਿਰ ਤੁਹਾਡੇ ਲਈ ਕਾਨੂੰਨ ਕੋਈ ਵੱਖਰਾ ਹੈ। ਸੋ ਇੱਕ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ ਹੈ। ਔਰ ਸੁਪਰੀਮ ਕੋਰਟ ਇਸ ਮਾਮਲੇ 'ਚ ਕਈ ਵਾਰੀ ਗੱਲ ਕਰ ਚੁੱਕਾ ਹੈ। ਕਈ ਤਰ੍ਹਾਂ ਦੀਆਂ ਜਜਮੈਂਟਸ ਜਿਹੜੀਆਂ ਆ ਚੁੱਕੀਆਂ ਨੇ ਸੁਪਰੀਮ ਕੋਰਟ ਦੀਆਂ, ਉਹਨਾਂ ਨੇ ਅਲੱਗ-ਅਲੱਗ ਜਜਮੈਂਟਸ ਕਿਹਾ ਹੈ ਕਿ यूनिफॉर्म सिविल कोड जिहड़ा लागू होना चाहिए। क्या इंडियन कॉन्स्टिट्यूशन इसकी इजाजत दिंदा है? यूनिफॉर्म सिविल कोड there is a special chapter on uniform civil code in the Indian constitution, ठीक है, और उस चीज में गवर्नमेंट जिहड़ी है वो लागू जिहड़ा हुण करना चाहती है। जी बिल्कुल, जिस तरह तुसीं ठीक कहा कि पार्ट 4 जिहड़ा हैगा, पार्ट 4 ऑफ द कॉन्स्टिट्यूशन जिहड़ा साफ कहंदा है कि द स्टेट शैल endeavor to secure the citizens a uniform civil code throughout the territory of India। So constitution ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਟੇਟ ਨੂੰ ਬਿਲਕੁਲ ਇਹ ਕਰਨਾ ਚਾਹੀਦਾ ਹੈ। ਸੋ ਇਹ ਹਾਂ, ਸੋ ਇਹਦੇ ਕਾਰਨ ਅੱਛਾ, ਲੇਕਿਨ ਇਹਦੇ ਵਿੱਚ ਜਿਹੜਾ ਲਾਅ ਕਮਿਸ਼ਨ ਹੈ, ਲਾਅ ਕਮਿਸ਼ਨ ਨੇ 185 ਪੇਜ ਦੀ ਜਿਹੜੀ ਰਿਪੋਰਟ ਦਾਖਲ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਜ਼ਰੂਰ ਉਹਨਾਂ ਨੇ ਸਵਾਲ ਖੜੇ ਕੀਤੇ ਆ ਇਹਦੇ ਉੱਤੇ। ਔਰ ਜੇ ਅਸੀਂ ਸਟੇਟਸ ਦੀ ਗੱਲ ਕਰੀਏ ਤੇ ਇਸ ਵੇਲੇ ਗੋਆ ਜਿਹੜਾ ਹੈ ਉਹਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਗੋਆ ਇੱਕ ਐਸੀ ਸਟੇਟ ਹੈ ਜਿਹਦੇ ਵਿੱਚ ਕਿ ਯੂਨੀਫਾਰਮ ਸਿਵਲ ਕੋਡ ਜਿਹੜਾ ਆਲਰੇਡੀ ਲਾਗੂ ਹੈ। ਉੱਤਰਾਖੰਡ ਦੀ ਜੇ ਅਸੀਂ ਗੱਲ ਕਰੀਏ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਮਈ ਦੇ ਮਹੀਨੇ 'ਚ ਕਿ ਅਸੀਂ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਰਹੇ ਹਾਂ। ਉੱਤਰਾਖੰਡ ਨੇ ਕਹਿ ਦਿੱਤਾ ਸੀ। ਇਸ ਤੋਂ ਪਹਿਲਾਂ ਜਿਹੜੇ ਆਸਾਮ ਦੇ ਚੀਫ ਮਿਨਿਸਟਰ ਨੇ ਉਹਨਾਂ ਨੇ ਵੀ ਕਿਹਾ ਜੀ ਅਸੀਂ ਵੀ ਆਪਣੀ ਸਟੇਟ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਜਿਹੜਾ ਉਹ ਲਾਗੂ ਕਰਨ ਜਾ ਰਹੇ ਹਾਂ। ਔਰ ਮੈਂ ਇੱਕ ਦਿਨ ਸੁਣ ਰਿਹਾ ਸੀਗਾ ਆਸਾਮ ਦੇ ਚੀਫ ਮਿਨਿਸਟਰ ਹਿਮੰਤ ਬਿਸ਼ਵਾਸ ਸਰਮਾ ਜਿਹੜੇ ਨੇ, ਤੇ ਉਹਨਾਂ ਦੇ ਮੈਂ ਬਿਆਨ ਸੁਣ ਰਿਹਾ ਸੀ। ਉਹ ਕਹਿੰਦੇ ਸੀ ਕਿ ਜੀ ਇਹ ਦੱਸੋ ਕਿ ਮਤਲਬ ਕਿ ਜੇ ਕੋਈ ਵੀ ਐਸੀ ਲੜਕੀ ਨਹੀਂ ਚਾਹੇਗੀ ਕਿ ਉਹਦਾ ਜਿਹੜਾ ਪਤੀ ਹੈ ਉਹ 4 ਸ਼ਾਦੀਆਂ ਕਰੇ, ਸੋ ਕੋਈ ਲੜਕੀ ਨਹੀਂ ਚਾਹੇਗੀ, ਕੋਈ ਫਾਦਰ ਨਹੀਂ ਚਾਹੇਗਾ ਕਿ ਉਹਦੀ ਲੜਕੀ ਨੂੰ ਐਸੀ ਜਗ੍ਹਾ ਵਿਆਹਵੇ ਜਿੱਥੇ ਕਿ ਉਹ 4 ਸ਼ਾਦੀਆਂ ਕਰੇ। ਸੋ ਇਹ ਉਹਨਾਂ ਦਾ ਵੀ ਇਹ ਤਰਕ ਸੀਗਾ ਕਿ ਇਹ ਕਿਸੇ ਧਰਮ ਜਾਤੀ ਜਾਂ ਕਿਸੇ ਦੇ ਖਿਲਾਫ ਨਹੀਂ ਹੈ। ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਸਾਰਿਆਂ ਨੂੰ ਇਕੁਐਲਿਟੀ ਦੀ ਗੱਲ ਦੀ ਮੰਗ ਕਰਦੇ ਹਾਂ ਕਿ ਹਰੇਕ ਵਾਸਤੇ ਇਕੁਐਲਿਟੀ ਹੋਵੇ। ਸੋ ਦੇਖਦੇ ਹਾਂ ਜੀ ਇਹ ਹੁਣ ਅੱਗੇ ਵੱਧਦਾ ਹੈ ਕਿ ਨਹੀਂ ਵੱਧਦਾ। ਪਰ ਪੋਲੀਟੀਕਲੀ ਖੈਰ ਮੈਂ ਤੁਹਾਡੇ ਨਾਲ ਸਿਰਫ ਕਿਉਂਕਿ ਦਿਰੋਜ਼ ਇੰਡੀਆ ਲਾਅ ਆਫਿਸ ਇਹ ਸਾਰੀ ਗੱਲ ਕਾਨੂੰਨ ਦੀ ਹੈ, ਸੋ ਮੈਂ ਹਰਮਿੰਦਰ ਜੀ ਦੇ ਨਾਲ ਗੱਲ ਸਿਰਫ ਕਾਨੂੰਨ ਦੀ ਕਰਦਾ ਹੈ, ਲਿਵਿੰਗ ਦਾ ਪੋਲੀਟੀਕਲ ਕੋਨੋਟੇਸ਼ਨ ਅਸਾਈਡ। ਲੇਕਿਨ ਇਹਦੇ ਉੱਤੇ ਹੁਣ ਰਾਜਨੀਤੀ ਕਾਫੀ ਹੋ ਰਹੀ ਹੈ। ਜੀ ਤੁਹਾਡੇ ਕੋਲ ਹੋਰ ਕਮੈਂਟਸ ਪੋਲੀਟੀਕਲ ਸਾਈਡ ਤੋਂ? ਜੀ ਹਰਮਿੰਦਰ ਸਾਹਿਬ। ਯੁੱਧਵੀਰ ਜੀ, ਮੈਂ ਪਹਿਲਾਂ ਤਾਂ ਸਰੋਤਿਆਂ ਨੂੰ ਇਹ ਦੱਸਾਂਗਾ ਕਿ ਬੇਸਿਕਲੀ ਜਿਹੜਾ ਇੰਡੀਅਨ ਕੌਂਸਟੀਟਿਊਸ਼ਨ ਹੈ ਉਹਦੇ ਵਿੱਚ 2 ਲਿਸਟਾਂ, ਬੇਸਿਕਲੀ 3 ਲਿਸਟਾਂ ਬਣੀਆਂ ਹੁੰਦੀਆਂ। ਇੱਕ ਯੂਨੀਅਨ ਲਿਸਟ ਹੁੰਦੀ ਹੈ ਜਿਹੜੀ ਕਿ ਸੈਂਟਰਲ ਗਵਰਨਮੈਂਟ ਮਤਲਬ ਕਿਹੜੇ ਕੰਮ ਗਵਰਨਮੈਂਟ ਕਰ ਸਕਦੀ ਸੈਂਟਰਲ ਗਵਰਨਮੈਂਟ। ਇੱਕ ਸਟੇਟ ਲਿਸਟ ਹੁੰਦੀ ਆ ਔਰ ਇੱਕ ਹੁੰਦੀ ਕਨਕਰੈਂਟ ਲਿਸਟ। ਕਨਕਰੈਂਟ ਲਿਸਟ ਉਹ ਲਿਸਟ ਹੁੰਦੀ ਹੈ ਜਿਹਦੇ ਵਿੱਚ ਕਿ ਜਿਹੜੀਆਂ ਪਾਵਰਸ ਆ ਕਨਕਰੈਂਟਲੀ ਦੋਨੋਂ ਸਟੇਟ ਐਂਡ ਯੂਨੀਅਨ ਜਿਹੜਾ ਐਕਸਰਸਾਈਜ਼ ਕਰ ਸਕਦਾ। ਹੁਣ ਜਦੋਂ ਤੁਸੀਂ ਇੱਕ ਡੈਫੀਨੇਸ਼ਨ ਚੈਪਟਰ 4 ਪੜ੍ਹਿਆ ਸੀਗਾ, ਸਰੋਤਿਆਂ ਨੂੰ ਪੜ੍ਹ ਕੇ ਸੁਣਾਇਆ ਆਪਣਿਆਂ ਨੂੰ ਲਿਸਨਰਸ, ਤੁਸੀਂ ਉਹਦੇ ਵਿੱਚ ਵਰਡ ਯੂਜ਼ ਕੀਤਾ ਸਟੇਟ।
ਸਟੇਟ ਸ਼ੈਲ ਐਂਡੇਵਰ। ਸੋ ਇਹਦੇ ਵਿੱਚ ਕੀ ਆ ਕਿ ਜਿਹੜੀਆਂ ਪਾਵਰਸ ਹੈਗੀਆਂ ਉਹ ਸਟੇਟ ਨੂੰ ਦਿੱਤੀਆਂ ਗਈਆਂ ਹੋਈਆਂ ਆਪਣੇ ਕੌਨਸਟੀਟਿਊਸ਼ਨ ਦੇ ਮੁਤਾਬਕ, ਔਰ ਤਾਂ ਹੀ ਅਲੱਗ-ਅਲੱਗ ਸਟੇਟਸ ਐਟ ਵਨ ਪੁਆਇੰਟ ਆਫ ਟਾਈਮ ਇਹ ਅਮੈਂਡਮੈਂਟਸ ਲੈ ਕੇ ਆ ਰਹੀਆਂ ਔਰ ਯੂਨੀਫਾਰਮ ਸਿਵਲ ਕੋਡ ਜਿਹੜੀ ਆ ਉਹ ਲਾਗੂ ਕਰਨ ਦੀ ਗੱਲ ਕਰ ਰਹੀ ਆ। ਐਜ਼ ਯੂ ਆਲਰੇਡੀ ਸਟੇਟਡ ਕਿ ਗੋਆ ਨੇ ਲਾਗੂ ਕਰ ਦਿੱਤਾ, ਉੱਤਰਾਖੰਡ ਦੀ ਗੱਲ ਚੱਲ ਰਹੀ ਹੈਗੀ ਆ, ਠੀਕ ਹੈ। ਔਰ ਇੰਡੀਆ ਦੇ ਵਿੱਚ ਹੁਣ ਯੂਨੀਅਨ ਵੀ ਜਿਹੜਾ ਹੈਗਾ ਆ ਉਹ ਵੀ ਇਹ ਗੱਲ ਕਰ ਰਿਹਾ ਕਿ ਅਸੀਂ ਸੈਂਟਰਲ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਯੂਨੀਫਾਰਮ ਸਿਵਲ ਕੋਡ ਲਾਗੂ ਕਰਨਾ ਹੈ। ਸੋ ਬੇਸਿਕਲੀ ਕੀ ਚੱਕਰ ਹੈ ਕਿ once union will say, then that is the reason ਕਿ ਇਸ ਵੇਲੇ ਪੋਲੀਟੀਕਲ ਕਨਫਰੰਟੇਸ਼ਨਸ ਜਾਰੀਆਂ ਹੋ ਰਹੀਆਂ, ਕਿਉਂਕਿ ਸਾਡੇ ਮੁਲਕ ਦੇ ਵਿੱਚ, ਇੰਡੀਆ ਦੇ ਵਿੱਚ ਜਿਹੜੀ ਰਾਜਨੀਤੀ ਹੈ ਉਹ ਰਿਲੀਜਨ ਨੂੰ ਲੈ ਕੇ ਬਹੁਤ ਚੱਲ ਰਹੀ ਹੈ, ਔਰ ਸੈਕੂਲਰਿਜ਼ਮ ਜਿਹੜਾ ਆ ਬਹੁਤ ਜ਼ਿਆਦਾ ਐਗਰਾਵੇਟਡ ਫਾਰਮ ਦੇ ਵਿੱਚ ਚੱਲਦਾ। ਹੁਣ ਜਿੱਥੇ ਆਪਾਂ ਜਦੋਂ ਟ੍ਰਿਪਲ ਤਲਾਕ ਦੀ ਗੱਲ ਕਰਦੇ ਹਾਂ, ਸੋ ਦੇयर इज अ पर्टिकुलर ਕਮਿਊਨਿਟੀ ਜਿਹਦੇ ਵਿੱਚ ਦਿਸ ਇਜ਼ ਪ੍ਰੈਵਲੈਂਟ, ਠੀਕ ਹੈ। ਔਰ ਤੁਹਾਡੀ ਗੱਲ ਕਿ ਕੋਈ ਵੀ ਜਿਹੜਾ ਆ ਫਾਦਰ ਨਹੀਂ ਚਾਹੇਗਾ ਕਿ ਮੈਂ ਲੜਕੀ ਉੱਥੇ ਵਿਆਹਾਂ ਕਿ ਜਿੱਥੇ ਉਹਦੇ ਤਿੰਨ ਹੋਰ ਸ਼ਾਦੀਆਂ ਬੰਦਾ ਕਰ ਸਕਦਾ ਹੋਵੇ। ਸੋ ਦਿਸ ਇਜ਼ ਜਸਟ ਟੂ ਕਰਟੇਲ ਦੀਜ਼, ਆਈ ਵੁੱਡ ਸੇ ਅ ਕਾਈਂਡ ਆਫ ਅ ਸੋਸ਼ਲ ਈਵਲ। ਇੱਕ ਯੂਨੀਫਾਰਮਿਟੀ ਜਿਹੜੀ ਆ ਇਹ ਲੈ ਕੇ ਆਈ ਜਾ ਰਹੀ ਆ। ਪਰ ਹੁਣ ਜਦੋਂ ਵੋਟ ਬੈਂਕ ਦੀ ਗੱਲ ਹੁੰਦੀ ਆ ਤੇ ਦੇयर ਇਜ਼ ਓਬਵੀਅਸਲੀ ਅ ਵੋਟ ਬੈਂਕ ਵਿਚ ਸਪੋਰਟਸ ਦਿਸ ਥਿੰਗ। ਸੋ ਇਜ਼ ਇਟ ਹਿਊਮਨ ਸੋਸ਼ਲੀ ਐਥੀਕਲ ਔਰ ਨੋਟ? ਇਹ ਤਾਂ ਦੇਖੋ ਹਰ ਇੱਕ ਬੰਦਾ ਜਿਹੜਾ ਹੈਗਾ ਆ ਉਹ ਸੋਚਦਾ ਆ, ਕੋਈ ਇਹਨੂੰ ਧਰਮ ਦੇ ਨਾਲ ਸੋਚਦਾ, ਕੋਈ ਇਹਨੂੰ ਸੋਸਾਇਟੀ ਨਾਲ ਸੋਚਦਾ, ਠੀਕ ਹੈ, ਕੋਈ ਇਹਨੂੰ ਡਿਗਨਿਟੀ ਦੇ ਨਾਲ ਸੋਚਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਬੜੀਆਂ ਇੰਪੋਰਟੈਂਟ ਆ। ਬੰਦੇ ਦੇ ਆਪਣੇ ਸੋਚਣ ਦਾ ਨਜ਼ਰੀਆ ਆ ਕਿ ਇਹ ਚੀਜ਼ ਸਮਾਜ ਲਈ ਚੰਗੀ ਹੈ, ਇਨਸਾਨ ਲਈ ਚੰਗੀ ਹੈ ਜਾਂ ਨਹੀਂ। ਸੋ ਮੇਰੇ ਮੁਤਾਬਕ ਇਟ ਇਜ਼ ਅ ਗੁੱਡ ਕਾਜ਼। ਸੋ ਦੇਖੋ ਕੋਈ ਵੀ ਬੰਦਾ ਜਦੋਂ ਕੋਈ ਪੋਜ਼ੀਟਿਵ ਕੰਮ ਕਰਦਾ ਹੈ, ਨੈਗੇਟਿਵਿਟੀ ਤਾਂ ਉਹਨੂੰ ਸਰਾਊਂਡ ਕਰਦੀ ਹੈ। ਸੋ ਇਹਦਾ ਮਤਲਬ ਇਹ ਨਹੀਂ ਕਿ ਅਗਰ ਬੱਦਲ ਸੂਰਜ ਨੂੰ ਘੇਰ ਲੈਂਦੇ ਆ ਤਾਂ ਉਹਦਾ ਚਾਨਣਾ ਨਹੀਂ ਹੋਣਾ, ਉਹਦਾ ਹੋਣਾ ਹੀ ਹੋਣਾ। ਸੋ ਇਹ ਤਾਂ ਸਾਰੇ ਲੋਕਾਂ ਨੂੰ ਜੁਆਇੰਟ ਐਫਰਟ ਕਰਨ ਦੀ ਲੋੜ ਹੈ, ਇਸ ਗੱਲ ਨੂੰ ਐਂਡੋਰਸ ਕਰਨਾ ਚਾਹੀਦਾ। ਇਹ ਵਨ ਲੈਂਡ ਵਨ ਲਾਅ ਹੋਣਾ ਚਾਹੀਦਾ ਜੀ ਯੁੱਧਵੀਰ ਜੀ। ਬਿਲਕੁਲ, ਔਰ ਮੈਂ ਇਹਦਾ ਰਾਜਨੀਤਿਕ ਪੱਖ ਵੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦੇਵਾਂ ਕਿ ਆਖਿਰਕਾਰ ਕਿਆ ਯੂਨੀਫਾਰਮ ਸਿਵਲ ਕੋਡ ਜਿਹੜਾ ਇੰਡੀਆ ਦੇ ਵਿੱਚ ਕਾਨੂੰਨ ਬਣੇਗਾ ਕਿ ਨਹੀਂ ਬਣੇਗਾ। ਬੀਜੇਪੀ ਕੋਲ ਲੋਕ ਸਭਾ ਦੇ ਵਿੱਚ ਮੈਜੋਰਟੀ ਹੈ, ਸੋ ਲੋਕ ਸਭਾ ਦੇ ਵਿੱਚ ਇਹਨੂੰ ਪਾਸ ਕਰਾਉਣ ਦੀ ਬੀਜੇਪੀ ਨੂੰ ਕੋਈ ਦਿੱਕਤ ਨਹੀਂ ਆਏਗੀ। ਹੁਣ ਅਸੀਂ ਗੱਲ ਕਰਦੇ ਹਾਂ ਰਾਜ ਸਭਾ ਦੀ। ਰਾਜ ਸਭਾ ਜੋ ਇਸ ਸਮੇਂ 237 ਸੀਟਾਂ ਦਾ ਹਾਊਸ ਹੈਗਾ। ਅਸੀਂ ਦੱਸ ਦਈਏ ਕਿ ਵੈਸੇ ਤੇ ਇਹਦੇ ਵਿੱਚ 245 ਸੀਟਾਂ ਹੁੰਦੀਆਂ ਨੇ ਰਾਜ ਸਭਾ ਦੇ ਵਿੱਚ, ਬਟ 8 ਸੀਟਾਂ ਇਸ ਵੇਲੇ ਵੇਕੈਂਟ ਨੇ। ਸੋ ਜਿਹਦੇ ਕਾਰਨ ਕਿ ਅਪਰ ਹਾਊਸ ਦੇ ਵਿੱਚ ਇਸ ਵੇਲੇ 237 ਸੀਟਾਂ ਨੇ। ਹੁਣ 237 ਸੀਟਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਬੀਜੇਪੀ ਨੂੰ ਜੇ ਉਹ ਚਾਹੁੰਦੇ ਨੇ ਕਿ ਜੀ ਹਾਂਜੀ ਰਾਜ ਸਭਾ ਦੇ ਵਿੱਚ ਕੋਈ ਵੀ ਕਾਨੂੰਨ ਉਹਨਾਂ ਨੇ ਪਾਸ ਕਰਾਉਣਾ ਹੈ ਔਰ ਜਿਹਦੇ ਵਿੱਚ ਕਿ ਅਸੀਂ ਯੂਨੀਫਾਰਮ ਸਿਵਲ ਕੋਡ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ, ਤੇ ਉਹਦੇ ਵਾਸਤੇ ਉਹਨਾਂ ਨੂੰ 119 ਰਾਜ ਸਭਾ ਮੈਂਬਰ ਦੀ ਮਨਜ਼ੂਰੀ ਚਾਹੀਦੀ ਹੈ। ਹੁਣ ਜੇ ਅਸੀਂ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਕੋਲ ਇਸ ਵੇਲੇ ਕਿੰਨੇ ਮੈਂਬਰ ਰਾਜ ਸਭਾ 'ਚ ਹੈਗੇ ਨੇ? 92 ਮੈਂਬਰ ਇਸ ਵੇਲੇ ਬੀਜੇਪੀ ਕੋਲ ਰਾਜ ਸਭਾ ਦੇ ਵਿੱਚ ਹੈਗੇ ਨੇ। ਅੱਛਾ, ਹੁਣ ਇੱਕ ਸੀਟ ਉਹਨਾਂ ਨੇ ਰੀਸੈਂਟਲੀ ਪਿਛਲੇ ਹਫ਼ਤੇ ਜਦੋਂ ਉਹਨਾਂ ਦੇ ਰਾਜ ਸਭਾ ਦੇ ਇੱਕ ਮੈਂਬਰ ਸੀਗੇ ਉੱਤਰ ਪ੍ਰਦੇਸ਼ ਤੋਂ, ਆਪਣੇ ਹਰਿਦੁਆਰ ਤੋਂ, ਆਪਣੇ ਦੂਬੇ ਸਾਹਿਬ, ਉਹ ਜਦੋਂ ਨਹੀਂ ਰਹੇ ਇਸ ਦੁਨੀਆ 'ਚ, ਇੱਕ ਸੀਟ ਉਹ ਚਲੀ ਗਈ ਇਹਨਾਂ ਦੀ। ਹੁਣ 92 ਇਹਨਾਂ ਕੋਲ ਆਪਣੇ ਹੈ, ਔਰ ਜੇ ਐਲਾਈਜ਼ ਜਿੰਨੇ ਇਹਨਾਂ ਦੇ ਹੈਗੇ ਨੇ ਸਾਥੀ ਪਾਰਟੀਆਂ, ਜੇ ਉਹ ਸਾਰੇ ਇਹਨਾਂ ਦਾ ਸਾਥ ਦੇਣ ਤਾਂ ਵੀ ਇਹਨਾਂ ਕੋਲ 109 ਰਾਜ ਸਭਾ ਮੈਂਬਰ ਦੀ ਸਪੋਰਟ ਬਣਦੀ ਹੈ। ਹੁਣ 109 ਦੀ ਬਣਦੀ ਹੈ ਸਪੋਰਟ, ਇਹਨਾਂ ਨੂੰ ਚਾਹੀਦੀ ਹੈ ਜੇ ਪਾਸ ਕਰਾਉਣਾ ਹੈ ਤਾਂ 119। ਸੋ 10 ਸੀਟਾਂ ਟੋਟਲ ਇਹ ਸ਼ਾਰਟ ਨੇ। ਹੁਣ ਬੀਜੇਪੀ ਜਿਹੜੀ ਆ ਜਿਨ੍ਹਾਂ ਪਾਰਟੀਜ਼ ਵੱਲ ਦੇਖ ਰਹੀ ਹੈ, ਇੱਕ ਤੇ ਹੈਗੀ ਆ ਬੀਜੇਡੀ ਔਰ ਦੂਸਰੀ ਹੈਗੀ ਆ YSR ਕਾਂਗਰਸ। ਹੁਣ ਬੀਜੇਡੀ ਦੀ ਪਹਿਲਾਂ ਗੱਲ ਕਰ ਲੈਂਦੇ ਆ। ਬੀਜੇਡੀ ਜਿਹੜੀ ਹੈ ਉਹਨਾਂ ਕੋਲ 9 ਮੈਂਬਰਸ ਨੇ ਉਹਨਾਂ ਕੋਲ, ਔਰ YSR ਕਾਂਗਰਸ ਦੀ ਅਸੀਂ ਗੱਲ ਕਰੀਏ ਤੇ ਉਹਨਾਂ ਕੋਲ ਵੀ 9 ਹੈ। ਔਰ ਇਸ ਮਾਮਲੇ 'ਚ ਕਾਂਗਰਸ ਜਿਹੜੀ ਹੈ ਉਹ ਫਰਜ਼ ਕਰ ਲਓ ਵੀ ਜਿਹੜੇ ਉਹਨਾਂ ਦੇ ਕੋਲ 31 ਸੀਟਾਂ ਨੇ ਰਾਜ ਸਭਾ, ਉਹ ਸਾਰੇ ਇਹਨੂੰ ਅਪੋਜ਼ ਕਰਦੇ ਆ। ਬਾਕੀ ਜਿਹੜੀਆਂ ਹੋਰ ਪਾਰਟੀ ਜੇ ਆਲਰੇਡੀ ਜਿਹੜੀਆਂ ਓਪੋਜੀਸ਼ਨ 'ਚ ਉਹ ਵੀ ਸਾਰੀਆਂ ਇਹਨਾਂ ਨੂੰ ਅਪੋਜ਼ ਕਰਦੀਆਂ ਨੇ। ਸੋ ਸਾਰਾ ਦਾਰੋਮਦਾਰ ਆ ਕੇ ਰੁਕੇਗਾ ਬੀਜੇਡੀ ਔਰ ਜਗਨ ਰੈੱਡੀ ਦੀ ਜਿਹੜੀ ਪਾਰਟੀ ਹੈ YSR ਕਾਂਗਰਸ। ਹੁਣ ਜੇ ਦੋਨੋਂ ਪਾਰਟੀਆਂ ਐਗਰੀ ਕਰ ਦਿੰਦੀਆਂ, ਬੀਜੇਡੀ ਵੀ 9 ਵੋਟਾਂ ਉਹਨਾਂ ਕੋਲ ਹੈਗੀਆਂ ਨੇ ਰਾਜ ਸਭਾ ਦੇ ਵਿੱਚ, ਉਹ ਵੀ ਇਹਨਾਂ ਦੇ ਹੱਕ 'ਚ ਭੁਗਤਦੀਆਂ ਨੇ, ਔਰ ਜਗਨ ਰੈੱਡੀ ਦੀ ਜਿਹੜੀ ਪਾਰਟੀ ਹੈ ਉਹ ਵੀ ਰਾਜ ਸਭਾ ਦੇ ਜੇ ਬੀਜੇਪੀ ਦੇ ਫੇਵਰ 'ਚ ਭੁਗਤਦੀ ਹੈ, ਤੇ ਫਿਰ ਬੀਜੇਪੀ ਮਾਮਲਾ ਇਹ ਆਰਾਮ ਦੇ ਨਾਲ ਕਲੀਅਰ ਕਰਵਾ ਸਕੇਗੀ। ਔਰ ਕਿਉਂਕਿ ਉਹਨਾਂ ਕੋਲ ਹੋਰ 18 ਵੋਟਾਂ ਪੈ ਜਾਣਗੀਆਂ, ਚਾਹੀਦੀਆਂ ਉਹਨਾਂ ਨੂੰ ਸਿਰਫ 10 ਨੇ, ਤੇ ਮਾਮਲਾ ਉਹਨਾਂ ਦਾ ਠੀਕ ਰਹਿ ਜਾਏਗਾ। ਲੇਕਿਨ ਖਬਰ ਇਹ ਵੀ ਆ ਰਹੀ ਹੈ ਕਿ ਜਗਨ ਰੈੱਡੀ ਦੀ ਜਿਹੜੀ ਪਾਰਟੀ ਹੈਗੀ ਹੈ ਉਹ ਇਸ ਵੇਲੇ ਹੋ ਸਕਦਾ ਹੈ ਵੀ ਰਾਜ ਸਭਾ ਦੇ ਵਿੱਚ UCC ਨੂੰ ਸਪੋਰਟ ਨਾ ਕਰੇ।
सो जे बीजेडी सपोर्ट करती है और YSR कांग्रेस नहीं करती तो एक वोट जी शॉर्ट रह जाएगी। अच्छा हुण असीं अगे वधदे हैं, आम आदमी पार्टी वाल रुख करते हैं। आम आदमी पार्टी जी है उन्हें हजे अपना रवैया पूरी तरह स्पष्ट नहीं किया। वो कहते जी प्रिंसीपली असीं इन्ना एग्री करते हैं बट कंसेंसस बनाया जाए। असल दे विच जिहड़ी आम आदमी पार्टी है किते ना किते वो शायद डील बना सकती है कि ऑर्डीनेंस उन्होंने खिलाफ जो लिया जा रहा दिल्ली दे विच शायद वो किते डील बना लवे। हुण आम आदमी पार्टी की गल करिए तो आम आदमी पार्टी को राज्य सभा दे विच 10 सीटां ने, 3 दिल्ली तो हैगियां ने, 7 सीटां उन्हां कोल पंजाब तो हैगियां ने। हुण जे अरविंद केजरीवाल जे सपोर्ट कर देण तो फिर बड़े आराम दे नाल मामला हल हो जाएगा क्योंकि 109 सीटां उन्हां कोल ऑलरेडी हैगियां ने। सो फिर बहुत आराम दे नाल मामला हल होएगा। और जो टोटल असी गल करिए तो 119 की जो मेजोरिटी लैनी है तो 109 बीजेपी और उसके सहयोगी दलों को हैगी और जो कल्ली आम आदमी पार्टी सपोर्ट कर दे 10 सीटां दे के तो फिर तो उन्होंने बीजेडी और YSR कांग्रेस की भी जरूरत नहीं पएगी। अच्छा एक तो ये हल है। इस तो इलावा एक हल होर है, मॉनसून सैशन जो पार्लीमेंट का है वो जुलाई के तीसरे हफ्ते शुरू होने वाला है और मिड अगस्त तक चलना है। हुण इस सैशन के दरम्यान जो मॉनसून सैशन होणगे ਉਹਦੇ ਵਿੱਚ 10 राज्य सभा की ਜਿਹੜੀਆਂ सीटां ने ਉਹਦੀ ਜਿਹੜੀ ਹੈ ਉਹ ਇਲੈਕਸ਼ਨ ਹੋਣੀ ਹੈ। ਉਹਦੇ ਵਿੱਚ ਇੱਕ ਆਪਣੀ ਫੋਰਨ ਅਫੇਅਰਸ ਮਿਨਿਸਟਰ ਜਿਹੜੇ S ਜयशंकर ਸਾਹਿਬ ਦੀ ਸੀਟ ਵੀ ਉਹਦੇ ਵਿੱਚ ਮੌਜੂਦ ਹੈ। ਤ੍ਰਿਣਮੂਲ ਕਾਂਗਰਸ ਦੀ ਜਿਹੜੀ ਡੈਰੇਕ ਓਬਰਾਇਨ ਆ ਉਹ ਵੀ ਉਹਦੇ ਵਿੱਚ ਮੌਜੂਦ ਹੈ। ਇਹ ਜਿਹੜੀਆਂ ਵੋਟਾਂ ਨੇ ਇਹ 24 ਜੁਲਾਈ ਨੂੰ ਪੈਣੀਆਂ ਨੇ। ਹੁਣ ਇਹਦੇ ਵਿੱਚ ਜੇ BJP ਇੱਕ ਸੀਟ ਜਿਹੜੀ ਹੈ ਬੰਗਾਲ ਦੇ ਵਿੱਚ ਵੱਧ ਜਿੱਤ ਜਾਂਦੀ ਹੈ, ਕਾਂਗਰਸ ਤੋਂ ਇੱਕ ਸੀਟ BJP ਲੈ ਜਾਂਦੀ ਹੈ ਤਾਂ ਫਿਰ ਇਹਦੇ ਨਾਲ ਜਿਹੜੀ NDA की जी स्ट्रेंथ है टोटल BJP और सहयोगी दलों की 109 तो वध के 110 हो सकती है। तो फिर तो उन्होंने रस्ता बिल्कुल साफ है। फिर तो उन्होंने BJD की सपोर्ट मिल जाए, आम आदमी पार्टी की सपोर्ट मिल जाए या YSR की सपोर्ट मिल जाए, किसी एक की सपोर्ट मिल जाए तो यूनीफॉर्म सिविल कोड जिहड़ा है वो राज्य सभा दे विचों भी पास हो जाएगा। लोक सभा दे विच उन्हां कोल ऑलरेडी मेजोरिटी है। तो देखते हैं जी ये मामला बड़ा इंटरेस्टिंग है। और यूनीफॉर्म सिविल कोड बीजेपी दे जो चुनिंदा वादे ने उहदे विच एक यूनीफॉर्म सिविल कोड भी शामिल है। बीजेपी ने जो बड़े वादे कीते सी उहदे विच आर्टिकल 370 को खत्म करना सीगा। सो आर्टिकल 370 जिहड़ा वो बीजेपी ने खत्म कर दिता और उस समय भी राज्य सभा दे विच उन्हां नूं BJD और YSR कांग्रेस ने सपोर्ट कीता सी और इन्हां दी सपोर्ट दे बदौलत ही राज्य सभा दे विच पास करा के जो उन्होंने BJP ने आर्टिकल 370 कश्मीर तो खारिज कर दिता। और इसे तरह राम मंदिर बनाने का वादा सीगा उन्हां दा। सो उहदी भी उन्हां दी पूरी तैयारी है कि राम मंदिर असी बनावांगे और वो कहंदे सी भी असी अयोध्या का मामला हल कर देवांगे। सो बाबरी मस्जिद और राम मंदिर का मामला उन्होंने हल कर दिता और अगले साल जनवरी के महीने दे विच जनवरी 2024 दे विच आम लोगों वास्ते राम मंदिर जिहड़ा खोल दिता जाएगा और बहुत ग्रैंड स्केल के उत्ते राम मंदिर जिहड़ा बनाया जा रहा है। हुण एक होर गल जो बड़े सालों तो BJP कहती चली आ रही है कि असी UCC भी लागू करना है, यूनीफॉर्म सिविल कोड। लग रहा है कि उन्होंने भी हुण लागू करन दे पूरे मूड दे विच इस वेले BJP नजर आ रही है। सो इस दरम्यान जो डेवलपमेंट्स हो रही हैं, कांग्रेस इसका सख्त विरोध कर रही है, अकाली दल ने भी इसका विरोध कर दिता है, होर विरोधी पार्टियां भी ये बारे विरोध कर रही हैं, कुछ मुस्लिम ऑर्गेनाइजेशन जिहड़ियां ने वो भी ये बारे विरोध कर रही हैं। सो लगातार असीं तुहानूं इहदे बारे अपडेट जिहड़ी है तुहाडे नाल शेयर कर रहे हैं।